Attention Outlook। ਰਾਗ ਆਸਾ ਮਹਿਲਾ ਪਹਿਲਾ ਸ਼ੰਤ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਧਾਤਾ, ਦੁਖ ਵਿਸਾਰਣਹਾਰ ਜੀਓ। ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਪ੍ਰਭੂ, ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਸਭ ਥਾਈਂ ਮੌਜੂਦ ਹੈ। ਤੂੰ ਸਦਾ ਥਿਰ ਰਹਿਣ ਵਾਲਾ ਹੈ। ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ। ਤੂੰ ਸਭਨੀ ਥਾਈਂ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ, ਤੂੰ ਸਭਨਾ ਨੂੰ ਦਾਤਾਂ ਦੇਣ ਵਾਲਾ ਹੈ। ਕਰਮ ਵਿਧਾਤਾ, ਜੀਵਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਪੈਦਾ ਕਰਨ ਵਾਲਾ ਹੈ। ਦੁਖ ਵਿਸਾਰਣਹਾਰ ਜੀਓ, ਤੂੰ ਸਭਨਾ ਦੇ ਦੁੱਖਾਂ ਦਾ ਨਾਸ ਵੀ ਕਰਨ ਵਾਲਾ ਹੈ। ਦੁਖ ਵਿਸਾਰਣਹਾਰ ਸੁਆਮੀ, ਕੀਤਾ ਜਾਂ ਕਾ ਹੋਵੈ। ਉਹ ਪ੍ਰਮਾਤਮਾ ਸਭਨਾ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ। ਉਹ ਸਭਨਾ ਦਾ ਸੁਆਮੀ ਹੈ, ਮਾਲਕ ਹੈ। ਕੀਤਾ ਜਾਂ ਕਾ ਹੋਵੈ, ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਉਸ ਪ੍ਰਮਾਤਮਾ ਦਾ ਕੀਤਾ ਹੋਇਆ ਹੀ ਹੁੰਦਾ ਹੈ। ਕੋਟ ਕੁਟੰਤਰ ਪਾਪਾ ਕੇਰੇ, ਏਕ ਘੜੀ ਮੈਂ ਖੋਵੈ। ਕਈ ਜੀਵ ਹੁੰਦੇ ਨੇ ਜੋ ਬੜੇ ਪਾਪੀ ਹੋ ਜਾਂਦੇ ਨੇ। ਪਾਪਾਂ ਦੇ ਢੇਰ ਉਹਨਾਂ ਦੇ ਮਨ ਵਿੱਚ ਪਲ ਰਹੇ ਹੁੰਦੇ ਨੇ। ਪ੍ਰਮਾਤਮਾ ਕੋਲ ਇੰਨੀ ਸਮਰੱਥਾ ਹੈ ਕਿ ਇੱਕ ਪਲ ਦੇ ਵਿੱਚ ਉਹਨਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਨਾਸ ਕਰ ਸਕਦਾ ਹੈ। ਕੋਟ ਕੁਟੰਤਰ ਪਾਪਾ ਕੇਰੇ, ਏਕ ਘੜੀ ਮੈਂ ਖੋਵੈ। ਤੇ ਜਦ ਪ੍ਰਮਾਤਮਾ ਕਿਸੇ ਦੇ ਪਾਪਾਂ ਨੂੰ ਖਤਮ ਕਰਨ ਬਾਰੇ ਸੋਚਦਾ ਹੈ ਜਾਂ ਖਤਮ ਕਰਦਾ ਹੈ ਤੇ ਉਹ ਵਿਤਕਰਾ ਨਹੀਂ ਕਰਦਾ। ਦੁਨਿਆਵੀ ਤੌਰ 'ਤੇ ਚੰਗੇ ਜਾਂ ਮੰਦੇ ਸਮਝੇ ਜਾਣ ਵਾਲੇ ਇਨਸਾਨਾਂ ਦੇ ਵਿੱਚ ਜਾਂ ਜੀਵਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ, ਹੰਸ ਸੇ ਹੰਸਾ ਬਗ ਸੇ ਬਗਾ, ਘਟ ਘਟ ਕਰੇ ਵਿਚਾਰ ਜੀਓ। ਜੀਵ ਬੇਸ਼ੱਕ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ, ਭਾਵੇਂ ਨਖਿੱਧ ਤੋਂ ਨਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ। ਤੂੰ ਸਭਨੀ ਥਾਈਂ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਇਹ ਪ੍ਰਭੂ, ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਹਰ ਥਾਂ ਮੌਜੂਦ ਹੈ। ਤੂੰ ਸਦਾ ਥਿਰ ਰਹਿਣ ਵਾਲਾ ਹੈ। ਤੂੰ ਸਭ ਨੂੰ ਪੈਦਾ ਕਰਨ ਵਾਲਾ ਹੈ। ਜਿਨ ਇੱਕ ਮਨ ਧਿਆਇਆ, ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਉਸ ਪ੍ਰਮਾਤਮਾ ਨੂੰ ਜਿਨ੍ਹਾਂ ਮਨੁੱਖਾਂ ਨੇ ਇਕਾਗਰ ਚਿੱਤ ਹੋ ਕੇ ਸਿਮਰਿਆ, ਉਹਨਾਂ ਨੇ ਆਤਮਿਕ ਆਨੰਦ ਪਾ ਲਿਆ। ਪਰ ਅਜਿਹੇ ਜੀਵ ਇਸ ਸੰਸਾਰ ਦੇ ਵਿੱਚ ਵਿਰਲੇ ਹੀ ਹਨ। ਤਿੰਨ ਜਮ ਨੇੜ ਨਾ ਆਵੈ, ਗੁਰ ਸ਼ਬਦ ਕਮਾਵੈ, ਕਭੂ ਨਾ ਆਵੈ ਹਾਰ ਜੀਓ। ਜਿਹੜਾ ਇਨਸਾਨ ਗੁਰੂ ਦਾ ਸ਼ਬਦ ਕਮਾਉਂਦਾ ਹੈ, ਗੁਰੂ ਦੀ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਂਦਾ ਹੈ, ਆਤਮਿਕ ਮੌਤ ਪੈਦਾ ਕਰਨ ਵਾਲਾ ਜਮ ਉਹਨਾਂ ਦੇ ਨੇੜੇ ਨਹੀਂ ਟੁੱਕਦਾ। ਮੌਤ ਦਾ ਡਰ ਉਹਨਾਂ ਨੂੰ ਨਹੀਂ ਸਤਾਉਂਦਾ। ਉਹ ਕਦੇ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ। ਤੇ ਕਬੂ ਨਾ ਹਾਰੈ, ਹਰ ਹਰ ਗੁਣ ਸਾਰੈ, ਤਿੰਨ ਜਮ ਨੇੜ ਨਾ ਆਵੈ। ਉਹੀ ਪੰਕਤੀ, ਉਹੀ ਸਿੱਖਿਆ ਪਿਛਲੀ ਪੰਕਤੀ ਵਾਂਗ, ਬਟ ਇੱਕ ਹੋਰ ਢੰਗ ਦੇ ਨਾਲ ਲਿਖੀ ਹੋਈ ਹੈ ਕਿ ਜਿਹੜੇ ਮਨੁੱਖ ਪ੍ਰਮਾਤਮਾ ਦੇ ਗੁਣ ਹਿਰਦੇ ਵਿੱਚ ਵਸਾਉਂਦੇ ਹਨ, ਉਹ ਵਿਕਾਰਾਂ ਦੇ ਟਾਕਰੇ 'ਤੇ ਕਦੇ ਹਾਰਦੇ ਨਹੀਂ। ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ। ਜੰਮਣ ਮਰਨ ਤਿਨਾ ਕਾ ਚੂਕਾ, ਜੋ ਹਰ ਲਾਗੇ ਪਾਵੈ। ਜਿਹੜੇ ਮਨੁੱਖ ਪ੍ਰਮਾਤਮਾ ਦੇ ਚਰਨੀ ਲੱਗ ਜਾਂਦੇ ਨੇ, ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਹ ਸੰਸਾਰਕ ਵਰਤਾਰਿਆਂ ਨੂੰ ਸੁੱਖ ਦੇਣ ਵਾਲੇ ਜਾਂ ਦੁੱਖ ਦੇਣ ਵਾਲੇ, ਇਹਨਾਂ ਦੋ ਭਾਗਾਂ ਦੇ ਵਿੱਚ ਵੰਡਣਾ ਛੱਡ ਦਿੰਦੇ ਨੇ। ਉਹ ਦੁਨਿਆਵੀ ਵਰਤਾਰਿਆਂ ਨੂੰ, ਸੰਸਾਰਕ ਵਰਤਾਰਿਆਂ ਨੂੰ ਸਿਰਫ ਵਰਤਾਰੇ ਸਮਝ ਕੇ ਵੇਖਣ ਲੱਗਦੇ ਨੇ। ਉਹਨਾਂ ਦੇ ਅੰਦਰ ਇਹ ਗੱਲ ਵਸ ਜਾਂਦੀ ਹੈ ਕਿ ਇਹ ਜੋ ਵੀ ਘਟਨਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਾਂ ਉਹਨਾਂ ਦੇ ਨਾਲ ਵਾਪਰ ਰਹੀ ਹੈ,
परमात्मा के हुक्म अनुसार ये घटना वापर रही है, उस घटना के उपर वो चंगी ਜਾਂ माड़ी का कोई लेबल नहीं लाउंदे। यही जम्मण मरण का गेड़ है। इसे तो ही असीं मुक्ति पाउणी है। साडे सारे ही दुख इत्थे ही ने, इसे वरतारे, इसे सिੱਖਿਆ ਦੇ ਵਿੱਚ ने कि असीं हर छोटी तो छोटी, वड्डी तो वड्डी घटना के उपर चंगी ਜਾਂ माड़ी का लेबल ला दिंदे हां। जिहदे ते असीं चंगी का लेबल ला लिया, जिहड़ी घटना नूं असीं चंगी मनदे हां वो सानू खुशी देंदी है, ते जिहड़ी नूं असीं माड़ी गिणदे हां वो सानू दुख देंदी है। जद असीं खुश ते समझो जन्मे आ, जद दुखी ते समझो मर गए आ। जम्मन मरण का ये गेड़ एक दिन दे विच ही असीं कई बार भोग जाते हैं। इहदे तो मुक्त होना है तरीका यही है कि हर घटना नूं सिर्फ घटना के तौर पर देख लिया जाए, मन लिया जाए, उहदे ते चंगी जां माड़ी का कोई लेबल ना लाया जाए। गुरु की मत सानू यही दसदी है, गुरमत हर रस हर फल पाया, हर हर नाम और धार जियो। गुरु की मत लैके जिन्हां ने प्रभु नाम का रस चखिया है, नाम फल प्राप्त किया है, प्रभु का नाम हिरदे विच टिकाया है, जिन एक मन ध्याया तिन सुख पाया, ते विरले संसार जियो। एकाग्र हो के प्रभु नूं जिन्हां ने सिमरिया है वो हन तां इस संसार दे विच विरले ही, पर जिन्हां ने ये सब किया उन्होंने आत्मक आनंद भी माणिया है। जिन जगत उपाया धंधा लाया, तिसै विटों कुर्बान जियो। गुरु साहब कहंदे मैं उस प्रभु तो सदके जाता हाँ जिसने इस संसार की रचना की ते इस संसार के सारे ही जीवां नूं आपो अपने धंधियां ते लाया, माया की दौड़ भज दे विच लाया, ताकि सेव करीजै लाहा लीजै, हर दरगाह पाईऐ मान जियो। उस प्रभु की सेवा भगती करनी चाहिए है। इस वरतारे चों ही असीं लाभ खटते हैं ते वो लाभ आत्मक आनंद रूप है। ते उस लाभ के सदके प्रभु की दरगाह विच सानू आदर मिलता है। हर दरगाह मान सोई जन पावै, जो नर एक पछाणै। प्रभु की दरगाह ते उही मनुख आदर हासिल करते हैं, उही जीव आदर हासिल करते हैं जो एक प्रभु नूं पछाणते हैं। ओ नव निध पावै, गुरमत हर ध्यावै, नित हर गुण आख वखाणै। जिहड़ा मनुख गुरु की मत लैके प्रभु का सिमरन करता है, परमात्मा की सिफत सलाह करता है, वो मानो जगत के 9 ही खजाने हासिल कर लेंदा है। अहनिस नाम तिसै का लीजै, हर उत्तम पुरख प्रधान जियो। गुरु साहब सानू प्रेरणा दिंदे हन कि दिन रात उस परमात्मा का नाम सिमरना चाहिए है जो सब तो श्रेष्ठ है, सब विच व्यापक है ते सब तो वड्डा है। जिन जगत उपाया धंधा लाया, हो तिसै विटों कुर्बान जियो। जिस परमात्मा ने इस जगत नूं पैदा किया ते माया की दौड़ भज दे विच लाया, गुरु साहब कहंदे मैं उस तो कुर्बान जांदा हाँ। नाम लैन से सो है, तिन सुख फल होवै, मानै से जिन जाहे जियो। जिहड़े मनुख परमात्मा का नाम सिमरते हैं वो लोक परलोक विच शोभा पाते हैं। उन्हां नूं आत्मक आनंद रूप फल मिलता है, हर थां आदर मिलता है। वो मनुखा जन्म की बाजी नूं जित के इत्थों जाते हैं। तिन फल तोट ना आवै, जां तिस भावै, जे जुग केते जाहे जियो। जिहड़े जीव उस परमात्मा नूं भा जाण, जां तिस भावै, चंगे लगण लग जाण, तिन फल तोट ना आवै। आत्मक आनंद रूप फल की प्राप्ति दे विच उन्हां दे लई कदे भी कोई तोट नहीं आउंदी। जे जुग कीते जाहे जियो, भावें किन्ने युग क्यों ना बीत जाण, उन्हां दा आत्मक आनंद जो है बरकरार रहिंदा है। जे जुग कीते जाहे स्वामी, तिन फल तोट ना आवे। भावें जिन्ने भी युग बीत जाण,
ਆਤਮਿਕ ਆਨੰਦ ਰੂਪ ਫਲ ਜੋ ਉਹਨਾਂ ਮਨੁੱਖਾਂ ਨੂੰ ਮਿਲਿਆ ਹੈ, ਜੋ ਪਰਮਾਤਮਾ ਨੂੰ ਭਾ ਜਾਂਦੇ ਹਨ, ਉਸ ਫਲ ਦੇ ਵਿੱਚ ਕਦੇ ਕੋਈ ਕਮੀ ਨਹੀਂ ਆਉਂਦੀ। ਤਿਨ ਜਰਾ ਨਾ ਮਰਨਾ, ਨਰਕ ਨਾ ਪਰਨਾ, ਜੋ ਹਰ ਨਾਮ ਧਿਆਵੈ। ਜੋ ਉਸ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਆਤਮਿਕ ਆਨੰਦ 'ਚ, ਉਹਨਾਂ ਦੀ ਆਤਮਿਕ ਅਵਸਥਾ ਦੇ ਵਿੱਚ ਕਦੇ ਬੁਢਾਪਾ ਨਹੀਂ ਆਉਂਦਾ ਅਤੇ ਉਹ ਕਦੇ ਨਰਕ ਦੇ ਵਿੱਚ ਨਹੀਂ ਪੈਂਦੇ। ਹਰ ਹਰ ਕਰੇ ਸੇ ਸੁੱਕੈ ਨਾਹੀ, ਨਾਨਕ ਪੀੜ ਨਾ ਖਾਹੇ ਜੀਓ। ਇਹ ਨਾਨਕ, ਜਿਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ। ਉਹਨਾਂ ਦੇ ਅੰਦਰੋਂ ਆਤਮਿਕ ਆਨੰਦ ਜੋ ਹੈ, ਆਤਮਿਕ ਖੇੜਾ ਜੋ ਹੈ, ਉਹ ਕਦੇ ਸੁੱਕਦਾ ਨਹੀਂ, ਉਹ ਕਦੇ ਦੁਖੀ ਨਹੀਂ ਹੁੰਦੇ। ਨਾਮ ਲੈਨ ਸੇ ਸੋ ਹੈ, ਤਿਨ ਸੁਖ ਫਲ ਹੋਵੈ, ਮਾਨੈ ਸੇ ਜਿਣ ਜਾਹੇ ਜੀਓ। ਜਿਹੜੇ ਮਨੁੱਖ ਨਾਮ ਸਿਮਰਦੇ ਹਨ ਉਹ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦੇ ਹਨ, ਉਹਨਾਂ ਨੂੰ ਆਤਮਿਕ ਆਨੰਦ ਰੂਪ ਫਲ ਮਿਲਦਾ ਹੈ। ਹਰ ਥਾਂ ਉਹ ਆਦਰ ਪਾਉਂਦੇ ਹਨ ਅਤੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਇੱਥੋਂ ਜਾਂਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਸਾ ਮਹਿਲਾ ਪਹਿਲਾ, ਸ਼ੰਤ ਘਰ ਤੀਜਾ। ਤੂੰ ਸੁਣ ਹਰਣਾ ਕਾਲਿਆ, ਕੀ ਵਾੜੀਐ ਰਾਤਾ ਰਾਮ। ਬਿਖ ਫਲ ਮੀਠਾ 4 ਦਿਨ, ਫਿਰ ਹੋਵੈ ਤਾਤਾ ਰਾਮ। ਹੇ ਕਾਲੇ ਹਰਨ, ਇੱਥੇ ਸਾਡੇ ਮਨ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਵੇਂ ਕਾਲਾ ਹਰਨ ਜੰਗਲ ਦੇ ਵਿੱਚ ਜਗ੍ਹਾ ਜਗ੍ਹਾ ਚੁੰਗੀਆਂ ਮਾਰਦਾ ਫਿਰਦਾ ਹੈ, ਹੇ ਮਨ, ਤੂੰ ਵੀ ਉਹਦੇ ਵਰਗਾ ਹੀ ਹੋ ਗਿਆ ਹੈ। ਇਸ ਜਗਤ ਫੁਲਵਾੜੀ ਦੇ ਵਿੱਚ ਤੂੰ ਕਿਉਂ ਮਸਤ ਹੋ ਰਿਹਾ ਹੈ? ਇਸ ਫੁਲਵਾੜੀ ਦਾ ਫਲ ਜ਼ਹਿਰ ਹੈ, ਆਤਮਿਕ ਮੌਤ ਪੈਦਾ ਕਰਦਾ ਹੈ। ਇਹ ਥੋੜ੍ਹੇ ਦਿਨ ਹੀ ਸਵਾਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ। ਮੈਨੂੰ ਯਕੀਨ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਹੀ ਇਹ ਗੱਲ ਮਹਿਸੂਸ ਕੀਤੀ ਹੋਏਗੀ। ਦੁਨਿਆਵੀ ਪਦਾਰਥ ਜਿੰਨੇ ਵੀ ਹਨ, ਜਿਨ੍ਹਾਂ ਦੇ ਲਈ ਮਨੁੱਖ ਭੱਜਦਾ ਫਿਰਦਾ, ਭੱਜ ਦੌੜ ਕਰਦਾ, ਵੱਧ ਤੋਂ ਵੱਧ ਧਨ ਪਦਾਰਥ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਕਿਸੇ ਨਾ ਕਿਸੇ ਦੁਨਿਆਵੀ ਪਦਾਰਥ ਦਾ ਆਨੰਦ ਮਾਣ ਸਕੇ। ਜਦੋਂ ਉਹ ਪਦਾਰਥ ਉਹਨੂੰ ਮਿਲ ਜਾਏ, ਥੋੜ੍ਹੇ ਸਮੇਂ ਦੇ ਲਈ ਉਹਨੂੰ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ, ਉਹ ਫੁੱਲਿਆ ਨਹੀਂ ਸਮਾਉਂਦਾ, ਪਰ ਕੁਝ ਹੀ ਦਿਨਾਂ ਦੇ ਵਿੱਚ ਉਸ ਪਦਾਰਥ ਦਾ ਅਸਰ ਖਤਮ ਹੋ ਜਾਂਦਾ ਹੈ। ਫਿਰ ਉਹ ਇੱਕ ਸਧਾਰਨ ਪਦਾਰਥ ਹੀ ਬਣ ਕੇ ਰਹਿ ਜਾਂਦਾ ਹੈ। ਉਹ ਖੁਸ਼ੀ ਵਾਪਸ ਤੋਂ ਨਹੀਂ ਆਉਂਦੀ। ਇਹ ਗੱਲਾਂ ਵਿਗਿਆਨ ਨੇ ਅਜੋਕੇ ਯੁੱਗ ਦੀ ਟੈਕਨੋਲੋਜੀ ਨੂੰ ਵਰਤ ਕੇ ਸਿੱਧ ਕੀਤੀਆਂ ਨੇ। ਜਾਨਵਰਾਂ ਦੇ ਵਿੱਚ ਵੀ ਅਤੇ ਮਨੁੱਖਾਂ ਦੇ ਵਿੱਚ ਵੀ। ਇੱਕ ਦੋ ਉਦਾਹਰਨਾਂ ਤੁਹਾਨੂੰ ਦੱਸਦੇ ਹਾਂ ਕਿ ਮੰਨ ਲਓ ਤੁਹਾਨੂੰ ਇੱਕ ਕਮਰੇ ਦੇ ਵਿੱਚ ਬਿਠਾ ਲਿਆ ਜਾਂਦਾ ਹੈ। ਤੁਹਾਡੇ ਸਿਰ ਦੇ ਉੱਪਰ ਕਈ ਪ੍ਰਕਾਰ ਦੇ ਇਲੈਕਟ੍ਰੋਡਸ ਜਿਹੜੇ ਨੇ ਉਹ ਲਾ ਦਿੱਤੇ ਜਾਂਦੇ ਨੇ, ਜਿਨ੍ਹਾਂ ਦੇ ਜ਼ਰੀਏ ਤੁਹਾਡੇ ਦਿਮਾਗ ਦੀ ਜੋ ਐਕਟੀਵਿਟੀ ਹੈ, ਦਿਮਾਗ ਦੀਆਂ ਜੋ ਪ੍ਰਕਿਰਿਆਵਾਂ ਨੇ, ਉਹਨਾਂ ਨੂੰ ਵੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਥੋੜ੍ਹੇ ਸਮੇਂ ਦੇ ਵਿੱਚ ਆਹ ਚੀਜ਼ ਮਿਲਣ ਵਾਲੀ ਹੈ ਅਤੇ ਉਹ ਚੀਜ਼ ਕੁਝ ਵੀ ਹੋ ਸਕਦਾ ਜਿਹਨੂੰ ਤੁਸੀਂ ਬੜਾ ਪਸੰਦ ਕਰਦੇ ਹੋ। ਮੰਨ ਲਓ ਕੋਈ ਬੜਾ ਮਹਿੰਗਾ ਫੋਨ ਹੈ ਜਾਂ ਬੜੀ ਹੀ ਕੋਈ ਸਵਾਦਲੀ ਵਸਤੂ ਹੈ ਖਾਣ ਦੇ ਲਈ। ਤੁਹਾਨੂੰ ਦੱਸਿਆ ਜਾਂਦਾ ਕਿ ਕੁਝ ਸਮੇਂ ਬਾਅਦ ਇਹ ਵਸਤੂ ਤੁਹਾਨੂੰ ਮਿਲੇਗੀ। ਤੁਹਾਡਾ ਮਨ ਖੁਸ਼ ਹੋ ਜਾਂਦਾ ਹੈ। ਡੋਪਾਮਾਈਨ ਨਾਂ ਦਾ ਇੱਕ ਹਾਰਮੋਨ ਹੈ ਜਿਹਦੀ ਐਕਟੀਵਿਟੀ, ਜਿਹਦੀ ਕਿਰਿਆ ਬੜੀ ਵੱਧ ਜਾਂਦੀ ਹੈ। ਜਿਉਂ-ਜਿਉਂ ਉਸ ਵਸਤੂ ਦੇ ਮਿਲਣ ਦਾ ਸਮਾਂ ਨੇੜੇ ਆਉਂਦਾ ਜਾਂਦਾ ਹੈ, ਤਿਉਂ-ਤਿਉਂ ਉਹਦੀ ਐਕਟੀਵਿਟੀ ਜੋ ਹੈ ਡੋਪਾਮਾਈਨ ਦੀ, ਉਹ ਵੱਧਦੀ ਜਾਂਦੀ ਹੈ। ਪਰ ਜਦੋਂ ਹੀ ਉਹ ਵਸਤੂ ਤੁਹਾਨੂੰ ਮਿਲ ਜਾਂਦੀ ਹੈ, ਜਿਸ ਪਲ ਉਹ ਵਸਤੂ ਮਿਲੀ, ਡੋਪਾਮਾਈਨ ਦੀ ਐਕਟੀਵਿਟੀ ਜਿਹੜੀ ਆ ਉਹ ਇੱਕਦਮ ਡਿੱਗ ਜਾਂਦੀ ਹੈ। ਇਹ ਡੋਪਾਮਾਈਨ ਦੀ ਜੋ ਐਕਟੀਵਿਟੀ ਹੈ, ਇਹ ਸਾਡੀ ਖੁਸ਼ੀ ਦਾ ਇੱਕ ਤਰ੍ਹਾਂ ਦਾ ਪੈਮਾਨਾ ਹੈ ਕਿ ਅਸੀਂ ਕਿੰਨਾ ਕੁ ਖੁਸ਼ ਮਹਿਸੂਸ ਕਰ ਰਹੇ ਹਾਂ ਕਿਸੇ ਵੀ ਇੱਕ ਪਲ ਦੇ ਉੱਪਰ। ਖੁਸ਼ੀ ਦਾ ਇਹ ਕਹਿ ਸਕਦੇ ਹਾਂ ਕਿ ਇੱਕ ਵਿਗਿਆਨਕ ਪੈਮਾਨਾ ਹੈ। ਸੋ ਵਿਗਿਆਨ ਇਹ ਗੱਲ ਸਿੱਧ ਕਰ ਚੁੱਕੀ ਹੈ ਕਿ ਜਦ ਤੱਕ ਉਹ ਵਸਤੂ ਤੁਹਾਨੂੰ ਨਹੀਂ ਮਿਲੀ, ਉਦੋਂ ਤੱਕ ਤੇ ਤੁਹਾਡੇ ਅੰਦਰ ਇੱਕ ਉਤਸੁਕਤਾ ਹੈ, ਐਕਸਾਈਟਮੈਂਟ ਹੈ, ਖੁਸ਼ੀ ਹੈ,
ਤੇ ਜਦੋਂ ਹੀ ਉਹ ਵਸਤੂ ਮਿਲ ਗਈ, ਉਹ ਉਤਸੁਕਤਾ ਖਤਮ ਹੋਈ, ਤੁਹਾਡੀ ਖੁਸ਼ੀ ਵੀ ਜਿਹੜੀ ਆ ਹੌਲੀ ਹੌਲੀ ਉਹ ਘਟ ਜਾਂਦੀ ਹੈ। ਫਿਰ ਤੁਸੀਂ ਕਿਸੇ ਹੋਰ ਵਸਤੂ ਵੱਲ ਦੇਖਣ ਲੱਗਦੇ ਹੋ, ਤੇ ਅਕਸਰ ਉਹ ਉਸ ਤੋਂ ਵੀ ਅਗਲੇ ਲੈਵਲ ਦੀ ਕਹਿ ਸਕਦੇ ਹਾਂ ਕਿ ਕੋਈ ਵਸਤੂ ਹੁੰਦੀ ਹੈ ਜਿਹਦੇ ਵੱਲ ਤੁਸੀਂ ਵੇਖਣ ਲੱਗਦੇ ਹੋ। ਤੁਹਾਡੇ ਮਨ ਨੂੰ ਫਿਰ ਉਹ ਖੁਸ਼ੀ ਦਾ ਚੱਕਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਹੀ ਉਹ ਵਸਤੂ ਮਿਲਦੀ ਹੈ, ਫਿਰ ਤੋਂ ਤੁਸੀਂ ਵਾਪਸ ਤੋਂ ਸਧਾਰਨ ਪੁਣੇ ਦੇ ਵਿੱਚ ਆ ਜਾਂਦੇ ਹੋ। ਸੋ ਇਹ ਸਿਲਸਿਲਾ ਜਿਹੜਾ ਇੱਦਾਂ ਹੀ ਚੱਲਦਾ ਰਹਿੰਦਾ ਹੈ, ਅਤੇ ਇਸੇ ਲਈ ਗੁਰੂ ਸਾਹਿਬ ਕਹਿੰਦੇ ਨੇ, ਬਿਖ ਫਲ ਮੀਠਾ 4 ਦਿਨ ਫਿਰ ਹੋਵੈ ਤਾਤਾ ਰਾਮ। ਇਹ 4 ਦਿਨਾਂ ਦੀ ਖੁਸ਼ੀ ਹੁੰਦੀ ਹੈ, ਫਿਰ ਉਹ ਖੁਸ਼ੀ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਫਿਰ ਅਸੀਂ ਕਿਸੇ ਹੋਰ ਵਸਤੂ 'ਚੋਂ ਖੁਸ਼ੀ ਲੱਭਣ ਲੱਗਦੇ ਹਾਂ। ਇਹ ਜਨਮ ਮਰਨ ਦਾ ਚੱਕਰ, ਇਹ ਸਿਲਸਿਲਾ ਸਾਡਾ ਇੱਦਾਂ ਚੱਲਦਾ ਰਹਿੰਦਾ ਹੈ। ਇਹਦੇ 'ਚੋਂ ਹੀ ਅਸੀਂ ਬਾਹਰ ਆਉਣਾ ਹੈ। ਇਹਦੇ 'ਚੋਂ ਬਾਹਰ ਆਉਣ ਦੇ ਲਈ ਹੀ ਗੁਰਬਾਣੀ ਸਾਡੀ ਸਹਾਇਤਾ ਕਰਦੀ ਹੈ। ਅੱਗੇ ਚੱਲਦੇ ਹਾਂ। ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪੈ। ਜਿਸ ਵਿੱਚ ਤੂੰ ਇਤਨਾ ਮਸਤ ਹੈ, ਇਹ ਆਖਰ ਦੁਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਬਹੁਤ ਦੁੱਖ ਦਿੰਦਾ ਹੈ। ਉਹ ਜੇਵ ਸਾਇਰ ਦੇ ਲਹਿਰੀ, ਬਿਜੁਲ ਜਿਵੇਂ ਚਮਕੈ। ਦੁਨਿਆਵੀ ਵਸਤਾਂ ਪਦਾਰਥਾਂ ਦੇ ਵਿੱਚੋਂ ਮਿਲਣ ਵਾਲੀ ਖੁਸ਼ੀ ਥੋੜ੍ਹਾ ਸਮਾਂ ਰਹਿਣ ਵਾਲੀ ਹੈ, ਬਿਲਕੁਲ ਉਵੇਂ ਹੀ ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ, ਠਾਠਾਂ ਮਾਰਦਾ ਹੈ। ਸਮੁੰਦਰ ਦੀ ਲਹਿਰ ਇੱਕ ਆਉਂਦੀ ਹੈ, ਉਹ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਕਦੇ ਬੀਚ 'ਤੇ ਗਏ ਹੋਵੋ ਅਤੇ ਵੇਖਿਆ ਹੋਏਗਾ, ਦੂਰੋਂ ਇੱਕ ਬੜੀ ਵੱਡੀ ਲਹਿਰ ਆਉਂਦੀ ਨਜ਼ਰ ਆਉਂਦੀ ਹੈ, ਅਤੇ ਜਿਵੇਂ ਜਿਵੇਂ ਉਹ ਬੀਚ ਦੇ ਨੇੜੇ ਨੂੰ ਆਉਂਦੀ ਜਾਂਦੀ ਹੈ, ਉਹਦੀ ਤੀਬਰਤਾ ਘਟਦੀ ਜਾਂਦੀ ਹੈ, ਉਹਦੀ ਉਚਾਈ ਘਟਦੀ ਜਾਂਦੀ ਹੈ, ਅਤੇ ਬੀਚ 'ਤੇ ਆ ਕੇ ਇੱਕ ਤਰ੍ਹਾਂ ਨਾਲ ਉਹ ਸਮਾਪਤ ਹੋ ਜਾਂਦੀ ਹੈ। ਉਹ ਲਹਿਰ ਨਹੀਂ ਰਹਿ ਜਾਂਦੀ। ਉਹ ਵਾਲੀ ਲਹਿਰ ਮੁੱਕੀ ਅਤੇ ਪਿੱਛੇ ਇੱਕ ਹੋਰ ਲਹਿਰ ਆ ਗਈ। ਹਰ ਲਹਿਰ ਆਪਣੇ ਆਪ ਦੇ ਵਿੱਚ ਥੋੜ੍ਹ ਚਿਰੀ ਹੈ, ਪਰ ਇੱਕ ਦੇ ਮਗਰ ਇੱਕ ਆਉਂਦੀ ਜਾਂਦੀ ਹੈ। ਜਾਂ ਜਿਵੇਂ ਬਿਜਲੀ ਚਮਕਦੀ ਹੈ, ਮੀਂਹ ਪੈਂਦਾ ਹੋਵੇ, ਆਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਹੈ, ਉਹ ਬੜੀ ਥੋੜ੍ਹ ਚਿਰੀ ਹੁੰਦੀ ਹੈ। ਇੱਕ ਲਿਸ਼ਕ ਜਿਹੜੀ ਹੈ ਇੰਨੀ ਤੇਜ਼ੀ ਦੇ ਨਾਲ ਆਉਂਦੀ ਹੈ ਅਤੇ ਇੰਨੀ ਤੇਜ਼ੀ ਦੇ ਨਾਲ ਜਾਂਦੀ ਹੈ ਕਿ 1 ਸਕਿੰਟ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ। ਪਰ ਇੱਕ ਗਈ, ਦੂਜੀ ਆ ਗਈ, ਇੱਕ ਗਈ, ਦੂਜੀ ਆ ਗਈ, ਦੂਜੀ ਗਈ, ਤੀਜੀ ਆ ਗਈ, ਉਹ ਸਿਲਸਿਲਾ ਚੱਲਦਾ ਰਹਿੰਦਾ ਹੈ। ਹਰ ਇੱਕ ਚਮਕ, ਹਰ ਇੱਕ ਲਹਿਰ ਥੋੜ੍ਹ ਚਿਰੀ ਹੈ। ਉਸੇ ਪ੍ਰਕਾਰ ਹੀ ਸਾਡੀ ਹਰ ਇੱਕ ਖੁਸ਼ੀ ਥੋੜ੍ਹ ਚਿਰੀ ਹੀ ਹੋਣ ਵਾਲੀ ਹੈ। ਅੱਜ ਬੇਸ਼ੱਕ ਸਾਨੂੰ ਲੱਗਦਾ ਹੋਵੇ ਕਿ ਫਲਾਨੀ ਕਾਰ ਸਾਨੂੰ ਮਿਲ ਜਾਏ, ਅਸੀਂ ਤਾਂ ਆਨੰਦਿਤ ਹੋ ਜਾਵਾਂਗੇ। ਇੰਝ ਲੱਗੇਗਾ, ਅੱਜ ਸਾਨੂੰ ਇਹ ਮਹਿਸੂਸ ਹੋਏਗਾ ਕਿ ਉਹ ਮਿਲ ਜਾਏ, ਫਿਰ ਤਾਂ ਮੇਰੀ ਤਮੰਨਾ ਹੀ ਪੂਰੀ ਹੋ ਜਾਏਗੀ, ਫਿਰ ਤਾਂ ਮੈਂ ਖੁਸ਼ ਹੋ ਜਾਵਾਂਗਾ। ਯਕੀਨ ਮੰਨਿਓ, ਜਿਸ ਦਿਨ ਉਹ ਕਾਰ ਤੁਹਾਨੂੰ ਮਿਲ ਗਈ, ਉਹਦੀ ਐਕਸਾਈਟਮੈਂਟ, ਉਹਦੀ ਉਤਸੁਕਤਾ ਉਸੇ ਦਿਨ ਹੀ ਖਤਮ ਹੋ ਜਾਣੀ। ਜਿਸ ਪਲ ਉਸ ਕਾਰ ਦੀਆਂ ਚਾਬੀਆਂ ਤੁਹਾਨੂੰ ਮਿਲੀਆਂ, ਉਹ ਪਲ ਸਭ ਤੋਂ ਵੱਧ ਖੁਸ਼ੀ ਵਾਲਾ ਹੋਏਗਾ। ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬੀਤੇਗਾ, ਉਹ ਖੁਸ਼ੀ ਘਟਦੀ ਜਾਏਗੀ ਅਤੇ ਕੁਝ ਹੀ ਦਿਨਾਂ ਦੇ ਵਿੱਚ ਉਹ ਕਾਰ, ਜਿਹਨੂੰ ਤੁਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਡੀਕ ਰਹੇ ਸੀ, ਜਿਹਦੇ ਬਾਰੇ ਸੋਚ ਕੇ ਤੁਹਾਨੂੰ ਲੱਗਦਾ ਸੀ ਕਿ ਉਹ ਤਾਂ ਤੁਹਾਡੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਹੋਏਗੀ, ਉਹ ਕਾਰ ਤੁਹਾਡੇ ਸਧਾਰਨ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਉਹਦੇ ਵਿੱਚ ਬੈਠਦਿਆਂ ਤੁਹਾਨੂੰ ਹੁਣ ਕੁਝ ਵੀ ਖਾਸ ਮਹਿਸੂਸ ਨਹੀਂ ਹੁੰਦਾ। ਦੁਨਿਆਵੀ ਹਰ ਵਸਤੂ 'ਤੇ ਹੀ ਇਹ ਗੱਲ ਲਾਗੂ ਹੁੰਦੀ ਹੈ। ਉਹ ਜੇਵ ਸਾਇਰ ਦੇ ਲਹਿਰੀ, ਬਿਜੁਲ ਜਿਵੇਂ ਚਮਕੈ। ਜਿਵੇਂ ਸਮੁੰਦਰ ਦੀ ਲਹਿਰ ਹੈ, ਜਿਵੇਂ ਬਿਜਲੀ ਚਮਕਦੀ ਹੈ, ਥੋੜ੍ਹ ਚਿਰੀ ਖੁਸ਼ੀ ਹੁੰਦੀ ਹੈ। ਹਰ ਬਾਝ ਰਾਖਾ ਕੋਇ ਨਾਹੀ, ਸੋਏ ਤੁਝੇ ਵਿਸਾਰਿਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਦਾ ਨਾਲ ਨਿਭਣ ਵਾਲਾ ਰਾਖਾ ਨਹੀਂ, ਅਤੇ ਉਸੇ ਨੂੰ ਤੂੰ ਭੁਲਾਈ ਬੈਠਾ ਹੈ। ਸੱਚ ਕਹੈ ਨਾਨਕ, ਚੇਤ ਰੇ ਮਨ, ਮਰੈ ਹਰਣਾ ਕਾਲਿਆ। ਨਾਨਕ ਆਖਦਾ ਹੈ, ਹੇ ਕਾਲੇ ਹਰਨ, ਹੇ ਮਨ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਇਸ ਜਗਤ ਫੁਲਵਾੜੀ ਵਿੱਚ ਮਸਤ ਹੋ ਕੇ ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ। ਭਵਰਾ ਫੂਲ ਭਵੰਤਿਆ, ਦੁੱਖ ਅਤ ਭਾਰੀ ਰਾਮ, ਮੈਂ ਗੁਰ ਪੂਛਿਆ ਆਪਣਾ, ਸਾਚਾ ਵਿਚਾਰੀ ਰਾਮ। ਹੇ ਹਰੇਕ ਫੁੱਲ ਉੱਤੇ ਉੱਡਣ ਵਾਲੇ ਭੌਰੇ ਮਨ,
ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿੱਚੋਂ ਬੜਾ ਭਾਰੀ ਦੁੱਖ ਨਿਕਲਦਾ ਹੈ। ਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਹੈ, ਜਿਹੜਾ ਸਦਾ ਸਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ ਮੰਡਲ ਵਿੱਚ ਟਿਕਾਈ ਰੱਖਦਾ ਹੈ। ਵਿਚਾਰ ਸਤਿਗੁਰ ਮੁਝੈ ਪੁੱਛਿਆ, ਭਵਰ ਬੇਲੀ ਰਤਿ। ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਹੈ ਕਿ ਇਹ ਮਨ ਭੌਰਾ ਤਾਂ ਵੇਲਾਂ ਫੁੱਲਾਂ ਉੱਤੇ ਮਸਤ ਹੋ ਰਿਹਾ ਹੈ, ਇਸ ਦਾ ਕੀ ਬਣੇਗਾ। ਸੂਰਜ ਚੜ੍ਹਿਆ ਪਿੰਡ ਪੜਿਆ, ਤੇਲ ਤਾਵਨ ਤਤ। ਮੈਨੂੰ ਗੁਰੂ ਨੇ ਮੱਤ ਦਿੱਤੀ ਹੈ ਕਿ ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ, ਦਿਨ ਚੜ੍ਹ ਪੈਂਦਾ ਹੈ, ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ। ਵਿਕਾਰਾਂ ਵਿੱਚ ਫਸੇ ਰਹਿਣ ਕਰਕੇ ਜੀਵ ਇਉਂ ਦੁਖੀ ਹੁੰਦਾ ਜਿਵੇਂ ਤੇਲ ਤੌੜੀ ਵਿੱਚ ਪਾ ਕੇ ਡਾਹਿਆ ਜਾਂਦਾ ਹੈ। ਜਮ ਮਗ ਵਾਧਾ ਖਾਹੇ ਝੂਟਾਂ, ਸ਼ਬਦ ਬਿਨ ਬੇਤਾਲਿਆ। ਹੇ ਦੁਨੀਆ ਦੇ ਪਦਾਰਥਾਂ ਵਿੱਚ ਮਸਤ ਹੋਏ ਭੂਤ, ਸਤਿਗੁਰੂ ਦੇ ਸ਼ਬਦ ਤੋਂ ਖੁੰਝ ਕੇ ਤੂੰ ਜਮਰਾਜ ਦੇ ਰਸਤੇ ਵਿੱਚ ਵੱਜਾ ਹੋਇਆ ਚੋਟਾਂ ਖਾਵੇਂਗਾ। ਸੱਚ ਕਹੈ ਨਾਨਕ ਚੇਤ ਰੇ ਮਨ, ਮਰੈ ਭਵਰਾ ਕਾਲਿਆ। ਨਾਨਕ ਆਖਦਾ ਹੈ, ਹੇ ਮੇਰੇ ਮਨ, ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰ, ਨਹੀਂ ਤਾਂ ਭੌਰੇ ਵਾਂਗ ਫੁੱਲਾਂ ਦੇ ਮਸਤ ਹੋਏ ਮਨ ਆਤਮਕ ਮੌਤ ਸਹੇੜ ਲਏਗਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 438ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਮੀਦ ਕਰਦੇ ਹਾਂ ਅੱਜ ਦੀ ਗੁਰਬਾਣੀ ਦੇ ਰਾਹੀਂ ਉਸ ਪ੍ਰਭੂ ਦੇ ਨਾਲ ਤੁਹਾਡਾ ਪ੍ਰੇਮ ਹੋਰ ਵੀ ਗੂੜਾ ਹੋਇਆ ਹੋਵੇਗਾ। ਦੁਨਿਆਵੀ ਪਦਾਰਥਾਂ ਦੇ ਨਾਲੋਂ ਤੁਹਾਡੇ ਪ੍ਰੇਮ ਦੇ ਵਿੱਚ ਥੋੜ੍ਹੀ ਜਿਹੀ ਕਮੀ ਆਈ ਹੋਵੇਗੀ। ਜਨਮ ਮਰਨ ਦਾ ਚੱਕਰ ਇੱਕ ਵਾਰ ਫਿਰ ਤੋਂ ਤੁਹਾਨੂੰ ਸਮਝ ਆਇਆ ਹੋਵੇਗਾ। ਸਾਡੀ ਖੁਸ਼ੀ ਦਾ ਚੱਕਰ ਤੁਹਾਨੂੰ ਸਮਝ ਦੇ ਵਿੱਚ ਆਇਆ ਹੋਵੇਗਾ ਕਿ ਕਿਵੇਂ ਅਸੀਂ ਖੁਸ਼ ਹੁੰਦੇ ਹਾਂ ਅਤੇ ਕਿਵੇਂ ਉਹ ਖੁਸ਼ੀ ਸਹਿਜੇ ਹੀ ਖਤਮ ਵੀ ਹੋ ਜਾਂਦੀ ਹੈ। ਸਮੁੰਦਰ ਦੀ ਲਹਿਰ ਵਾਂਗੂ ਤੇ ਚਮਕਦੀ ਬਿਜਲੀ ਵਾਂਗੂ ਕਿਵੇਂ ਹਰ ਖੁਸ਼ੀ ਥੋੜ੍ਹ ਚਿਰੀ ਹੁੰਦੀ ਹੈ। ਇਹ ਗੱਲ ਤੁਹਾਨੂੰ ਸਮਝ ਦੇ ਵਿੱਚ ਆਈ ਹੋਵੇਗੀ। ਗੁਰੂ ਨੇ ਸਾਨੂੰ ਮੱਤ ਬਖਸ਼ੀ ਹੈ, ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਆਓ ਅਸੀਂ ਕੋਸ਼ਿਸ਼ ਕਰੀਏ ਇਸ ਸਿੱਖਿਆ ਦੇ ਉੱਤੇ ਅਮਲ ਕਰਨ ਦੀ। ਆਓ ਅਸੀਂ ਕੋਸ਼ਿਸ਼ ਕਰੀਏ ਹਰ ਛੋਟੀ ਛੋਟੀ ਚੀਜ਼ ਦੇ ਵਿੱਚੋਂ ਖੁਸ਼ੀ ਲੱਭਣ ਦਾ, ਜੋ ਅਸੀਂ ਵਰਤਾਰਾ ਸਿਰਜਿਆ ਹੋਇਆ ਉਹਨੂੰ ਖਤਮ ਕਰਨ ਦੀ। ਸਦਾ ਹੀ ਸਧਾਰਨ ਅਵਸਥਾ ਦੇ ਵਿੱਚ ਰਹੀਏ, ਆਤਮਿਕ ਆਨੰਦ ਦੀ ਅਵਸਥਾ 'ਚ ਰਹੀਏ। ਚੀਜ਼ਾਂ ਵਸਤਾਂ ਵਰਤਾਰਿਆਂ ਦੇ ਵਿੱਚੋਂ ਖੁਸ਼ੀਆਂ ਲੱਭਣੀਆਂ ਛੱਡੀਏ। ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ, ਹਿੰਮਤ ਬਖਸ਼ੇ ਕਿ ਅਸੀਂ ਗੁਰੂ ਦੀਆਂ ਸਿੱਖਿਆਵਾਂ 'ਤੇ ਅਮਲ ਕਰ ਸਕੀਏ ਅਤੇ ਅਸਲ ਆਤਮਿਕ ਆਨੰਦ ਜੋ ਹੈ ਹਾਸਲ ਕਰ ਸਕੀਏ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।